सतगुर की जिसनों मत आवे सो सतगुर माही समाना। एह बाणी जो जियो जाने तिस अंतर रवे हर नाम। बाणी गुरु गुरु है बाणी विच बाणी अमृत सारे। गुर बाणी कहे सेवक जन मान। पर तख गुरु निस्तारे। बाणी बिरलो विचार सी। जे को गुरमुख होए एह बाणी महापुरख की। निज कर वासा होए। गौड़ी मांझ महला चौथा। आओ सखी गुण कामण करी हाँ जियो। मिल संत जना रंग मान रलियां जियो। गुर दीपक ज्ञान सदा मन बलिया जियो। गुर तुठे टुल टुल मिलिया जियो। मेरे मन तन प्रेम लगा हर टोले जियो। मैं मेले मित्र सतगुर विचोले जियो। मन देवा संतां मेरा प्रभ मेले जियो। हर विटड़ियों सदा कोले जियो। वस मेरे प्यारे वस मेरे गोविंद। हर कर कृपा मन बस जियो। मन चिंदेड़ा फल पाया। मेरे गोविंद
जियो हर नाम मिलिया सुहागणी मेरे गोविंद मन अन दिन आनंद रहस जियो हर पायड़ा वड पागई मेरे गोविंद नित लाह मन हस जियो हर आप उपाय हर आपे वेख हर आपे कार लाया जियो एक खामे बख्श तोट ना आवे इक ना फका पाया जियो एक राजे तखत बह नित सुखिए इक ना भिख मंगाया जियो सब इको शब्द वरतदा मेरे गोविंद जन नानक नाम त्याया जियो इक ना राजे तखत बह नित सुखिए इक ना भिख मंगाया जियो सब इको शब्द वरतदा मेरे गोविंद जन नानक नाम त्याया जियो वाहिगुरु जी का खालसा वाहिगुरु जी की फतेह। गौड़ी मांझ राग का नाम है। बाणी दे उचारण करता सतगुरु चौथे पातशाह गुरु रामदास महाराज ਹਨ। 173 अंग ते ये पावन शब्द दर्ज है। इस शब्द की विचार भाई रजिंदर सिंह जी हेड ग्रंथी गुरुद्वारा रकाबगंज साहब आप जी को सरवण करवाउणगे। अमृत संचार हर ऐतवार 11 बजे हुंदा है। गुरु घर की सेवा दे विच गुरु के लंगरां वास्ते रसद कड़ा प्रसाद की देग वास्ते देसी घ्यो बाला साहब हॉस्पिटल वास्ते कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। घरां दे विच पंजाबी बोलिया करो, बच्चों नूं गुरमुखी पढ़ाओ ताकि साडे बच्चे गुरु ग्रंथ साहब महाराज जी दे चरनी लग सकन। हड़ पीड़ितां वास्ते निशान साहब दे कोल विशेष काउंटर बनिया है। इत्थे आप जी माया दे के दवाइयां खाण वाले पदार्थ जां लंगरां वास्ते रसद दे के आप जी अपने भैणां भरावां बच्चियां
ਬਜ਼ੁਰਗਾਂ ਦੀ ਜੋ ਮੁਸੀਬਤ ਵਿੱਚ ਨੇ, ਕਈਆਂ ਦੇ ਘਰ ਚਲੇ ਗਏ, ਕਈਆਂ ਦੇ ਘਰਾਂ ਦਾ ਸਮਾਨ, ਇੱਥੋਂ ਤੱਕ ਘਰਾਂ ਦੇ ਜੀ ਜਾਨਵਰ ਵੀ ਚਲੇ ਗਏ। ਸੋ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਰੱਬ ਦੇ ਦਿੱਤੇ ਵਿੱਚੋਂ ਦੇਣਾ ਹੈ। ਜਦੋਂ ਵੀ ਸੇਵਾ ਕਰਨੀ ਹੈ, ਨਾ ਮੰਗ ਕੇ, ਨਾ ਖੋ ਕੇ, ਨਾ ਲੁੱਟ ਕੇ, ਫਿਰ ਰੱਬ ਦੇ ਦਿੱਤੇ ਵਿੱਚੋਂ ਦੇਣ ਲੱਗਿਆਂ ਨਾ ਸੰਕੋਚਣਾ ਚਾਹੀਦਾ, ਨਾ ਸੋਚਣਾ ਚਾਹੀਦਾ। ਤੁਹਾਡੀ ਰੋਜ਼ ਅਰਦਾਸ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਇਸ ਪਾਵਨ ਅਸਥਾਨ 'ਤੇ ਹੁੰਦੀ ਹੈ ਕਿ ਜਿਨ੍ਹਾਂ ਪਰਿਵਾਰਾਂ ਨੇ ਦਸਵੰਧ ਭੇਟਾ ਕੀਤਾ, ਦਸਵੰਧ ਵਿੱਚ ਵਾਧੇ ਬਖਸ਼ਣੇ, ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਣੀ। ਸੋ ਆਪਾਂ ਉਹਨਾਂ ਹੜ੍ਹ ਪੀੜਤਾਂ ਦੀ ਸੇਵਾ ਕਰੀਏ। ਅਗਲੇ ਸਮੇਂ ਵਾਸਤੇ ਆਪ ਜੀ ਗੁਰਬਾਣੀ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ ਈਹਾਂ ਊਹਾਂ ਤੁਹਾਰੋ ਧੋਰਾ। ਕੀਤੇ ਕੋ ਮੇਰਾ ਸਮਾਨੈ ਕਰਣ ਹਾਰ ਤ੍ਰਿਣ ਜਾਣੈ। ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੈ। ਖਿਨ ਮੈਂ ਅਵਰ ਖਿਨੈ ਮੈਂ ਅਵਰਾ ਅਚਰਜ ਚਲਤ ਤੁਮਾਰੇ। ਰੂੜੋ ਗੂੜੋ ਗਹਿਰ ਗੰਭੀਰੋ ਊਚੋ ਅਗਮ ਅਪਾਰੇ। ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਬਾਲਾ ਪ੍ਰੀਤਮ ਸਤਿਗੁਰੂ ਸ਼੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁੱਖ ਜਾਏ। 8ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਨਿਮਰਤਾ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਯੋਗ ਹੋ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕਾ ਜਸ ਸ਼ਰਵਣ ਕਰਦੇ ਹੋਏ ਆਪਣੇ ਜੀਵਨ ਸਫਲਾ ਕਰ ਰਹੇ ਹੋ। ਗੁਰੂ ਕੇ ਹਜ਼ੂਰੀ ਕੀਰਤਨੀਆਂ ਨੇ ਰੱਬੀ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਬੜੇ ਹੀ ਆਨੰਦਮਈ ਰਸਮਈ ਕੀਰਤਨ ਦੇ ਨਾਲ ਨਿਹਾਲ ਕੀਤਾ ਹੈ। ਸਮਾਂ ਹੈ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਦਾ। ਸ਼ਬਦ ਆਪ ਜੀ ਨੂੰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਤਿਨਾਂ ਨੇ ਸ਼ਬਦ ਹੁਕਮਨਾਮੇ ਰੂਪ ਵਿੱਚ ਆਪ ਜੀ ਨੂੰ ਸ਼ਰਵਣ ਕਰਵਾਇਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਗੌੜੀ ਮਾਝ ਰਾਗ ਦਾ ਇਹ ਪਾਵਨ ਸ਼ਬਦ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 173 ਦੇ ਉੱਤੇ ਸੁਸ਼ੋਭਿਤ ਹੈ ਔਰ ਇਹ ਇਸ ਤੋਂ ਪਿਛਲਾ ਔਰ ਅੱਗੇ ਜਿਹੜੇ ਸ਼ਬਦ ਨੇ ਇਹਨਾਂ ਵਿੱਚ ਸਤਿਗੁਰਾਂ ਨੇ ਰਹਾਓ ਦੀ ਤੁਕ ਨਹੀਂ ਦਿੱਤੀ ਹੈ। ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ। ਜੋ ਸਾਡੀ ਤੁੱਛ ਬੁੱਧੀ ਹੈ ਉਹਦੇ ਅਨੁਸਾਰ ਹਰ ਇੱਕ ਤੁਕ ਜਿਹੜੀ ਹੈ ਇਹ ਰਹਾਓ ਦੀ ਤੁਕ ਪ੍ਰਤੀਤ ਹੁੰਦੀ ਹੈ। ਇਹਦੇ ਵਿੱਚੋਂ ਪਰਮਾਤਮਾ ਦਾ ਪਿਆਰ, ਪਰਮਾਤਮਾ ਦੀ ਗੱਲ ਝਲਕਦੀ ਹੈ। ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਆਓ ਸਾਰੇ ਮਿਲ ਕੇ ਰਸਨਾ ਪਵਿੱਤਰ ਕਰੀਏ। ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ। ਗੌੜੀ ਮਾਝ ਮਹਿਲਾ ਚੌਥਾ। ਗੌੜੀ ਦੀਆਂ ਕਿਸਮਾਂ ਜਿਸ ਤਰ੍ਹਾਂ ਪਹਿਲਾਂ ਕਥਾਵਾਚਕ ਦੱਸ ਹੀ ਚੁੱਕੇ ਨੇ, ਜ਼ਿਆਦਾ ਇਹਦੇ ਵਿੱਚ ਵਿਸਥਾਰ ਕਰਨ ਦੀ ਲੋੜ ਨਹੀਂ ਹੈ। ਗੌੜੀ ਦੀਆਂ ਕਈ ਕਿਸਮਾਂ ਗੌੜੀ ਰਾਗ ਦੀਆਂ 31 ਰਾਗਾਂ ਤੋਂ ਇਲਾਵਾ ਇੱਕ ਇੱਕ ਰਾਗ ਦੀਆਂ ਕਈ ਕਿਸਮਾਂ ਨੇ। ਜੇ ਉਹਨਾਂ ਨੂੰ ਗਿਣੀਏ ਤਾਂ 31 ਤੋਂ ਵੱਧ ਰਾਗਾਂ ਦੀ ਗਿਣਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਹੋ ਜਾਂਦੀ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਸਖੀ ਗੁਣ ਕਾਮਣ ਕਰੀ ਹਾਂ ਜੀਓ। ਪਰਮਾਤਮਾ ਦੇ ਪਿਆਰ, ਪਰਮਾਤਮਾ ਨਾਲ ਪਿਆਰ ਪਾਉਣ ਦੀ ਗੱਲ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਰ ਰਹੇ ਨੇ ਕਿ ਆਓ ਸਖੀਓ ਸਹੇਲੀਓ, ਆਓ ਸਤਸੰਗੀ ਸਹੇਲੀਓ, ਪਰਮਾਤਮਾ ਦੇ ਨਾਲ ਪਿਆਰ ਪਾਈਏ, ਪਰਮਾਤਮਾ ਦੇ ਨਾਲ ਪਿਆਰ ਕਰੀਏ। ਕਾਮਣ ਸ਼ਬਦ ਇੱਥੇ ਨਾਣਾ ਜਿਹੜਾ ਹੈ ਉਹ ਮੁਕਤਾ ਆਇਆ ਹੈ। ਜੇ ਕਾਮਣ ਸ਼ਬਦ ਦੇ ਵਿੱਚ ਨਾਣਾ ਜਿਹੜਾ ਹੈ ਉਹ ਸਿਹਾਰੀ ਦੇ ਨਾਲ ਆਵੇ ਤੇ ਉਹਦਾ ਅਰਥ ਹੁੰਦਾ ਹੈ ਇਸਤਰੀ, ਤੇ ਇੱਥੇ ਕਾਮਣ ਜਿਹੜਾ ਹੈ ਇਹਦਾ ਅਰਥ ਹੈ ਜਾਦੂ ਟੂਣਾ। ਹੁਣ ਜਾਦੂ ਟੂਣੇ ਤੋਂ ਅਰਥ ਕਿਤੇ ਦੂਸਰੀ ਤਰ੍ਹਾਂ ਦਾ ਜਾਦੂ ਟੂਣਾ ਨਾ ਲੈ ਲੈਣਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਮਤ ਦੀ ਗੱਲ ਸਮਝਾ ਰਹੇ ਨੇ, ਕੋਈ ਭਰਮਾਂ ਪਖੰਡਾਂ ਦੀ ਭੇਖਾਂ ਦੀ ਗੱਲ ਨਹੀਂ ਕਰ ਰਹੇ। ਕੇਵਲ ਇਹ ਸ਼ਬਦ ਵਰਤਿਆ ਗਿਆ ਹੈ ਕਿ ਪਰਮਾਤਮਾ ਨੂੰ ਕਿਸ ਤਰ੍ਹਾਂ ਵਸ ਵਿੱਚ ਕਰਨਾ ਹੈ, ਪਰਮਾਤਮਾ ਕਿਵੇਂ ਵਸ ਵਿੱਚ ਆਏਗਾ। ਆਓ ਮੇਰੀਓ ਸਖੀਓ ਸਹੇਲੀਓ, ਪਰਮਾਤਮਾ ਨੂੰ ਸ਼ੁਭ ਗੁਣਾਂ ਦੇ ਜਾਦੂ ਟੂਣੇ ਦੇ ਨਾਲ ਆਪਣੇ ਵਸ ਵਿੱਚ ਕਰੀਏ। ਸ਼ੁਭ ਗੁਣ ਤੇ ਸ਼ੁਭ ਗੁਣ ਜਿਹੜੇ ਨੇ ਉਹ ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਸਖੀਆਂ ਸਹੇਲੀਆਂ ਸਾਡੀਆਂ ਕੌਣ ਨੇ? ਅਸਲ ਵਿੱਚ ਸਾਡੀਆਂ ਸਖੀਆਂ ਸਹੇਲੀਆਂ ਨੇ ਸਤ ਸੰਗੀ ਜਨ, ਨਾਮ ਰਸੀਏ, ਗੁਰੂ ਕੇ ਪਿਆਰੇ, ਨਿਤਨੇਮੀ ਸੱਜਣ, ਸੇਵਾ ਸਿਮਰਨ ਕਰਨ ਵਾਲੇ, ਬਾਣੀ ਬਾਣੇ ਦੇ ਨਾਲ ਜੁੜੇ ਹੋਏ, ਉਹ ਸਾਡੇ ਅਸਲੀ ਮਿੱਤਰ ਨੇ। ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੁੜੇ, ਓਏ ਮੋਇਆ ਨਾ ਜਾਈ ਛੋੜ। ਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਜ ਦਾ ਪਾਵਨ ਸ਼ਬਦ ਜਿਹੜਾ ਹੈ ਇਹਦੇ ਵਿੱਚ ਸਾਨੂੰ ਇਹ ਸਮਝਾ ਰਹੇ ਕਿ ਪਰਮਾਤਮਾ ਦੇ ਨਾਲ ਪਿਆਰ ਕਿਵੇਂ ਪਾਉਣਾ ਹੈ, ਪਰਮਾਤਮਾ ਨੂੰ
ਪਰਮਾਤਮਾ ਪਤੀ। ਹੁਣ ਦੁਨਿਆਵੀ ਪਤੀ ਨੂੰ ਵੀ ਬਹੁਤੀ ਵਾਰਾਂ ਇਸਤਰੀਆਂ ਜਿਹੜੀਆਂ ਨੇ ਆਪਣੇ ਪਤੀ ਨੂੰ ਕਾਬੂ ਕਰਨ ਵਾਸਤੇ ਕਈ ਵਾਰਾਂ ਤਾਂਤਰਿਕ ਲੋਕਾਂ ਦਾ, ਜੰਤਰਾਂ ਮੰਤਰਾਂ ਦਾ ਸਹਾਰਾ ਲੈਣ ਲੱਗ ਪੈਂਦੀਆਂ ਨੇ। ਉਸੇ ਗੱਲ ਨੂੰ ਗੁਰਮਤਿ ਦੇ ਵਿੱਚ ਸਤਿਗੁਰਾਂ ਨੇ ਦੱਸਿਆ ਵੀ ਉਹ ਕਿਹੜਾ ਜਾਦੂ ਟੂਣਾ ਹੈ ਜਿਹਦੇ ਨਾਲ ਪਰਮਾਤਮਾ ਪ੍ਰਭੂ ਵਸ ਵਿੱਚ ਆਏਗਾ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਭਗਤੀ ਕਰਨ ਵਾਲੇ, ਸਿਮਰਨ ਕਰਨ ਵਾਲੇ, ਬੰਦਗੀ ਕਰਨ ਵਾਲੇ ਮਨੁੱਖਾਂ ਦੇ ਵਸ ਵਿੱਚ ਆਉਂਦਾ ਹੈ ਪਰਮਾਤਮਾ ਪਤੀ। ਕੋਈ ਬਾਹਰਲੇ ਜਾਦੂ ਟੂਣੇ ਕੋਈ ਰੱਬ ਦੇ ਉੱਤੇ ਨਹੀਂ ਚੱਲ ਸਕਦੇ। ਪ੍ਰਭੂ ਪਰਮੇਸ਼ਰ ਪਤੀ ਜਿਹੜਾ ਹੈ ਉਹਦੇ ਉੱਤੇ ਕੋਈ ਦੁਨਿਆਵੀ ਜਾਦੂ ਟੂਣਾ ਕਰਕੇ ਉਹਨੂੰ ਕਾਬੂ ਵਿੱਚ, ਉਹਨੂੰ ਆਪਣੇ ਵਸ ਵਿੱਚ, ਉਹਨੂੰ ਆਪਣੇ ਪਿਆਰ ਵਿੱਚ ਨਹੀਂ ਬੰਨ੍ਹ ਸਕਦਾ। ਤੇ ਭਗਤ ਸਾਹਿਬ ਤੇ ਬਾਣੀ ਦੇ ਅੰਦਰ ਦੱਸਦੇ ਨੇ ਵੀ ਪਰਮਾਤਮਾ ਦਾ ਪਿਆਰ ਕਿੰਨਾ ਕੁ ਵੱਡਾ ਹੈ ਤੇ ਪਿਆਰ ਕਰਨ ਵਾਲਿਆਂ ਨੂੰ ਪਰਮਾਤਮਾ ਕਿੰਨੀ ਵੱਡੀ ਵਡਿਆਈ ਦੇ ਦਿੰਦੇ ਨੇ। ਗੁਰਬਾਣੀ ਦਾ ਭਗਤ ਜੀ ਦਾ ਪਾਵਨ ਸ਼ਬਦ ਹੈ, ਮੇਰੀ ਬਾਂਦੀ ਭਗਤ ਛਡਾਵੈ, ਬਾਂਦੀ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਕੋ ਗਹਿ ਬਾਂਧੈ, ਤੋ ਫੁਨ ਮੋਪੈ ਜਵਾਬ ਨਾ ਹੋਏ। ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੰਵਾਦ ਹੈ ਭਗਤ ਜੀ ਦਾ, ਗੱਲਬਾਤ, ਭਗਤਾਂ ਦੀ ਗੱਲਬਾਤ। ਭਗਤ ਨਾਮਦੇਵ ਜੀ ਦਾ ਪਾਵਨ ਸ਼ਬਦ ਹੈ। ਕਈ ਬੰਦੇ ਕਹਿੰਦੇ ਜੀ ਭਗਤ ਨਾਮਦੇਵ ਜੀ ਨੂੰ 72 ਵਾਰੀ ਦਰਸ਼ਨ ਹੋਏ ਅਕਾਲ ਪੁਰਖ ਵਾਹਿਗੁਰੂ ਦੇ। ਦੱਸੋ ਬਈ ਤੁਸੀਂ ਉੱਥੇ ਕਲਮ ਦਵਾਤ ਲੈ ਕੇ ਬੈਠੇ ਸੀ, ਜਦੋਂ ਭਗਤ ਜੀ ਦਰਸ਼ਨ ਕਰ ਰਹੇ ਸੀ ਉਦੋਂ ਤੁਸੀਂ ਕਲਮ ਦਵਾਤ ਲੈ ਕੇ ਬੈਠੇ ਸੀ ਵੀ 72 ਵਾਰੀ ਹੋਏ ਆ। ਭਗਤਾਂ ਦੇ ਤੇ ਹਿਰਦੇ ਵਿੱਚ ਵਸਦਾ ਹੈ ਪਰਮਾਤਮਾ, ਸਵਾਸ ਸਵਾਸ ਹਰ ਵੇਲੇ ਭਗਤਾਂ ਦੇ ਹਿਰਦੇ ਵਿੱਚ ਰਹਿੰਦਾ ਹੈ ਪਰਮਾਤਮਾ। ਉਹਦੇ 'ਚ ਗਿਣਤੀਆਂ ਮਿਣਤੀਆਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਪਰਮਾਤਮਾ ਇਹ ਗੱਲ ਕਹਿੰਦੇ ਵੀ ਭਗਤ ਜਿਹੜਾ ਹੈ ਉਹ ਮੇਰੀ ਮਾਇਆ ਦੇ ਬੰਧਨਾਂ ਨੂੰ ਤੋੜ ਸਕਦਾ ਹੈ, ਤੋੜ ਦਿੰਦਾ ਹੈ। ਪਰ ਜਦੋਂ ਭਗਤ ਮੈਨੂੰ ਪ੍ਰੇਮ ਵਸ, ਪ੍ਰੇਮ ਪਾਸ਼ ਵਿੱਚ ਬੰਨ੍ਹ ਲੈਂਦਾ ਹੈ, ਮੇਰੀ ਤਾਕਤ ਨਹੀਂ ਹੈ ਕਿ ਮੈਂ ਭਗਤ ਦੇ ਪ੍ਰੇਮ ਵਿੱਚ ਬੱਝਾ ਹੋਇਆ ਉਸ ਪ੍ਰੇਮ ਨੂੰ ਤੋੜ ਸਕਾਂ। ਔਰ ਇੱਥੋਂ ਤੱਕ ਗੁਰਬਾਣੀ ਦੱਸਦੀ ਹੈ, ਅਕਾਲ ਪੁਰਖ ਵਾਹਿਗੁਰੂ ਕਹਿੰਦੇ ਆ, ਜੇ ਕਿਤੇ ਭਗਤ ਮੈਨੂੰ ਵੀ ਬੰਨ੍ਹ ਲਵੇ। ਅਕਾਲ ਪੁਰਖ ਵਾਹਿਗੁਰੂ ਕਹਿ ਰਹੇ ਨੇ, ਭਗਤ ਜੀ ਅਕਾਲ ਪੁਰਖ ਵਾਹਿਗੁਰੂ ਨਾਲ ਗੱਲਬਾਤ ਸੁਣਾਉਂਦੇ ਆ ਭਈ ਜੇ ਕਿਤੇ ਭਗਤ ਪਰਮਾਤਮਾ ਨੂੰ ਵੀ ਬੰਨ੍ਹ ਲਵੇ ਨਾ, ਤੇ ਪਰਮਾਤਮਾ ਜੀ ਕਹਿੰਦੇ ਨੇ ਕਿ ਮੈਂ ਉਸ ਬੰਧਨ ਨੂੰ ਨਹੀਂ ਛੁਡਾਵਾਂਗਾ, ਮੈਂ ਉਸ ਪ੍ਰੇਮ ਬੰਧਨ ਨੂੰ ਨਹੀਂ ਤੋੜਾਂਗਾ, ਮੈਂ ਬੱਝਾ ਰਵਾਂਗਾ। ਜੇ ਕਿਤੇ ਪਰਮਾਤਮਾ ਦਾ ਭਗਤ ਸੰਤ ਪ੍ਰਵਾਨ ਨਾਮ ਰਸੀਆ ਨਿਤਨੇਮੀ ਪਰਮਾਤਮਾ ਨੂੰ ਵੀ ਬੰਨ੍ਹ ਲਵੇ ਤੇ ਪਰਮਾਤਮਾ ਕਹਿੰਦੇ ਮੈਂ ਨਹੀਂ ਜਾਵਾਂਗਾ। ਜਿੰਨਾ ਚਿਰ ਉਹ ਆਪੇ ਨਹੀਂ ਛੱਡੇਗਾ ਉਹਨਾਂ ਚਿਰ ਮੈਂ ਬੱਝਾ ਰਵਾਂਗਾ, ਉੱਥੇ ਟਿਕਾ ਰਵਾਂਗਾ। ਬਲ ਰਾਜੇ ਦੀ ਗਾਥਾ ਆਪਾਂ ਪੜ੍ਹਦੇ ਨੇ, ਪੌਰਾਣਿਕ ਗਾਥਾ ਹੈ ਚਾਹੇ, ਪਰ ਗੁਰਬਾਣੀ ਦੇ ਅੰਦਰ ਇਹ ਉਦਾਹਰਣ ਮਿਲਦੇ ਨੇ ਗਾਥਾਵਾਂ ਦੇ ਕਿ ਅੱਜ ਤੱਕ ਵੀ ਪਰਮਾਤਮਾ ਜਿਹੜਾ ਹੈ ਉਹ ਬਲ ਰਾਜੇ ਦੇ ਦੁਆਰ ਤੇ ਖੜਾ ਹੈ। ਬਲ ਰਾਜਾ ਭਗਤੀ ਸਿਮਰਨ ਬੰਦਗੀ ਵਾਲਾ, ਅੱਜ ਵੀ ਭਗਤਾਂ ਦੇ ਵਸ ਵਿੱਚ ਹੈ ਪਰਮਾਤਮਾ। ਅੱਜ ਦਾ ਜੋ ਪਾਵਨ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਸਖੀ ਗੁਣ ਕਾਮਣ ਕਰੀ ਹਾਂ ਜੀਓ, ਆਓ ਮੇਰੀਓ ਸਖੀਓ ਸਹੇਲੀਓ, ਪਰਮਾਤਮਾ ਨੂੰ ਸ਼ੁਭ ਗੁਣਾਂ ਦੇ ਜਾਦੂ ਟੂਣੇ ਦੇ ਨਾਲ ਵਸ ਵਿੱਚ ਕਰੀਏ। ਸ਼ੁਭ ਗੁਣ, ਮੈਂ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਭਗਤ ਨਾਮਦੇਵ ਜੀ ਜਿਹੜਾ ਸ਼ਬਦ ਆਪਾਂ ਪਹਿਲਾਂ ਸੁਣੇ, ਇਹਦੀਆਂ ਅਖੀਰੀ ਤੁਕਾਂ ਨੇ। ਪਰਮਾਤਮਾ ਜੀ ਕਹਿੰਦੇ ਮੈਂ ਆਪਣੇ ਸੇਵਕਾਂ ਦੇ, ਆਪਣੇ ਭਗਤਾਂ ਦੇ, ਆਪਣੇ ਨਾਮ ਜਪਣ ਵਾਲਿਆਂ ਦੇ ਗੁਣਾਂ ਦੇ ਵਿੱਚ ਬੱਝਾ ਰਹਿਣਾ। ਮੈਂ ਗੁਣ ਬੰਧ ਸਗਲ ਕੀ ਜੀਵਨ, ਤੇ ਦੂਜੇ ਪਾਸੇ ਸਾਰੇ ਸੰਸਾਰ ਨੂੰ ਮੈਂ ਜੀਵਨ ਦਾਨ ਦੇਣ ਵਾਲਾ ਹਾਂ, ਪਰ ਭਗਤਾਂ ਦੇ ਸ਼ੁਭ ਗੁਣਾਂ ਵਿੱਚ ਮੈਂ ਬੱਝਾ ਰਹਿਣਾ। ਇਤਨੀ ਭਗਤੀ ਦੀ ਮਹਿਮਾ ਹੈ, ਇਤਨੀ ਵਡਿਆਈ ਹੈ, ਮੇਰੀ ਜੀਵਨ ਮੇਰੇ ਦਾਸ। ਗੁਰੂ ਸਾਹਿਬ ਕਹਿ ਰਹੇ ਕਿ ਪਰਮਾਤਮਾ ਜੀ ਕਹਿ ਰਹੇ ਆ ਕਿ ਮੇਰੀ ਜ਼ਿੰਦਗੀ ਮੇਰੇ ਭਗਤ ਨੇ, ਮੇਰੇ ਦਾਸ ਨੇ। ਤੇ ਹੁਣ ਸ਼ੁਭ ਗੁਣ ਆਪਾਂ ਪੈਦਾ ਕਰਨੇ। ਬਾਬਾ ਫਰੀਦ ਸਾਹਿਬ ਜੀ ਦੱਸਦੇ ਆ ਕਿ ਉਹ ਸ਼ੁਭ ਗੁਣ ਭਾਈ ਕਿਵੇਂ ਪਤਾ, ਕਿਵੇਂ ਅਖਤਿਆਰ ਕਰੀਏ। ਤੇ ਉਹ ਸ਼ੁਭ ਗੁਣ ਆਪਾਂ ਜਦੋਂ ਬੱਚੇ ਬੱਚੀ ਦਾ ਆਨੰਦ ਕਾਰਜ ਹੁੰਦਾ ਉਸ ਵੇਲੇ ਵੀ ਆਪਾਂ ਸਿੱਖਿਆ ਵਿੱਚ ਬੋਲਦੇ। ਉਹ ਦੁਨਿਆਵੀ
ਆਨੰਦ ਕਾਰਜ ਹੈ, ਉਹਦੇ ਵਿੱਚ ਆਪਾਂ ਇਹ ਸਿੱਖਿਆ ਦੇਣੇ। ਪਰ ਅਸਲ ਵਿੱਚ ਇਹ ਰੂਹਾਨੀਅਤ ਵਾਲੀ ਜਿਹੜਾ ਜਗਿਆਸੂ ਰੂਪੀ ਪਤਨੀ ਤੇ ਪਰਮਾਤਮਾ ਰੂਪੀ ਪਤੀ ਦੀ ਗੱਲਬਾਤ ਹੈ, ਜੋ ਬਾਬਾ ਫਰੀਦ ਸਾਹਿਬ ਜੀ ਨੇ ਕੀਤੀ ਹੈ। ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇਸੋ ਹੌਂਕਰੀ ਜਿਤ ਵਸ ਆਵੀ ਕੰਤ। ਕਿ ਹੇ ਪਰਮਾਤਮਾ ਮੇਰੇ ਉੱਤੇ ਕਿਰਪਾ ਕਰੋ, ਹੇ ਮੇਰੇ ਗੁਰਦੇਵ ਮੇਰੇ ਉੱਤੇ ਕਿਰਪਾ ਕਰੋ, ਮੈਂ ਕਿਹੜਾ ਅੱਖਰ ਬੋਲਾਂ, ਮੈਂ ਕਿਹੜਾ ਵੇਸ਼ ਭੂਸ਼ਾ, ਕਿਹੜਾ ਹਾਰ ਸ਼ਿੰਗਾਰ ਕਰਾਂ, ਕਿਹੋ ਜਿਹੇ ਵਧੀਆ ਕੱਪੜੇ ਪਾਵਾਂ ਕਿ ਮੇਰਾ ਪਤੀ ਪਰਮਾਤਮਾ ਖੁਸ਼ ਹੋ ਜਾਵੇ, ਤੇ ਮੈਂ ਕਿਹੜਾ ਮੰਤਰ ਜ਼ਬਾਨ ਦੇ ਨਾਲ ਉਚਾਰਨ ਕਰਾਂ। ਕਿਉਂਕਿ ਮੰਤਰ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਆਰੰਭਤਾ ਵਿੱਚ ਕਿ ਆਓ ਸਹੇਲੀਓ ਗੁਣਾ ਰੂਪੀ ਜਾਦੂ ਨਾਲ ਪਰਮਾਤਮਾ ਪਤੀ ਨੂੰ ਵਸ ਵਿੱਚ ਕਰੀਏ। ਤੇ ਬਾਬਾ ਫਰੀਦ ਸਾਹਿਬ ਜੀ ਇੱਕ ਸਵਾਲ ਉਹਨਾਂ ਨੇ ਪੈਦਾ ਕੀਤਾ ਕਿ ਕਿਹੜਾ ਮੰਤਰ ਜ਼ਬਾਨ ਨਾਲ ਮੈਂ ਬੋਲਾਂ ਤਾਂ ਵਸ ਆਵੇ ਕੰਤ, ਵੀ ਕੰਤ ਮੇਰਾ ਪਰਮਾਤਮਾ ਪਤੀ ਕਿਵੇਂ ਕਾਬੂ ਵਿੱਚ ਆਏਗਾ, ਕਿਵੇਂ ਹਮੇਸ਼ਾ ਮੇਰੀ ਗੱਲ ਮੰਨੇਗਾ। ਹੁਣ ਪਰਮਾਤਮਾ ਪਤੀ ਦੀ ਗੱਲ ਹੈ, ਇੱਥੇ ਦੁਨਿਆਵੀ ਪਤੀ ਦੀ ਗੱਲ ਨਹੀਂ ਹੈ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਨੰਦ ਕਾਰਜ ਹੁੰਦਾ ਹੈ ਤੇ ਉਸ ਵੇਲੇ ਇਸ ਸ਼ਬਦ ਨੂੰ ਦੁਨਿਆਵੀ ਸਿੱਖਿਆ ਵਾਸਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ। ਪ੍ਰਕਰਨ ਅਨੁਸਾਰ ਅਰਥ ਕੀਤੇ ਜਾਂਦੇ ਨੇ ਗੁਰਬਾਣੀ ਦੇ। ਭਗਤ ਜੀ ਫਿਰ ਇਹਦਾ ਉੱਤਰ ਵੀ ਆਪਣੇ ਆਪ ਹੀ ਦਿੰਦੇ ਨੇ। ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਐ ਮੇਰੀਏ ਭੈਣੇ ਅੱਖਰ ਕਿਹੜਾ ਹੈ? ਨਿਵਣ, ਹਮੇਸ਼ਾ ਨਿਮਰਤਾ, ਹਮੇਸ਼ਾ ਨਿਉ ਕੇ ਸ਼ਬਦ ਬੋਲਣੇ, ਨਿਮਰਤਾ ਵਾਲੇ ਸ਼ਬਦ ਬੋਲਣੇ। ਖਵਣ ਗੁਣ, ਹਮੇਸ਼ਾ ਮਾਫ ਕਰਨ ਵਾਲਾ, ਖਿਮਾ ਕਰਨ ਵਾਲਾ ਗੁਣ, ਇਹ ਪਰਮਾਤਮਾ ਦਾ ਗੁਣ ਹੈ। ਕਿਉਂਕਿ ਆਪਾਂ ਤੇ ਖਿਮਾ ਕਰਨ ਲੱਗਿਆ ਆਪਾਂ ਨੂੰ ਤੇ ਥੋੜੀ ਜਿਹੀ ਬੜੀ ਮੁਸ਼ਕਿਲ, ਥੋੜੀ ਕਿਉਂ ਬਹੁਤੀ ਮੁਸ਼ਕਿਲ ਆਉਂਦੀ ਹੈ। ਜੇ ਕਿਸੇ ਦੇ ਗੁਨਾਹ ਨੂੰ ਆਪਾਂ ਮਾਫ ਕਰਨਾ ਹੋਏ ਤੇ ਆਪਾਂ ਵਾਸਤੇ ਬੜੀ ਮੁਸ਼ਕਿਲ ਆਉਂਦੀ ਹੈ। ਪਰ ਪਰਮਾਤਮਾ ਸਾਡੇ ਲੱਖਾਂ ਗੁਨਾਹਾਂ ਨੂੰ ਰੋਜ਼ ਮਾਫ ਕਰਦਾ ਹੈ। ਇਹ ਪਰਮਾਤਮਾ ਦਾ ਗੁਣ ਹੈ। ਨਿਵਣ ਸੋ ਅੱਖਰ ਖਵਣ ਗੁਣ। ਗੁਰੂ ਸਾਹਿਬ ਕਹਿ ਰਹੇ ਆ, ਭਗਤ ਜੀ ਬਾਣੀ ਦੇ ਅੰਦਰ ਦੱਸ ਰਹੇ ਕਿ ਹਮੇਸ਼ਾ ਮਾਫ ਕਰਨ ਵਾਲਾ ਗੁਣ, ਹਮੇਸ਼ਾ ਖਿਮਾ ਕਰਨ ਵਾਲਾ ਗੁਣ ਆਪਣੇ ਅੰਦਰ ਅਖਤਿਆਰ ਕਰੋ। ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ। ਤੇ ਜ਼ਬਾਨ ਨਾਲ ਮੰਤਰ ਕਿਹੜਾ ਪੜਨਾ ਹੈ? ਮਹਾ ਮੰਤਰ ਕਿਹੜਾ ਹੈ? ਉਹ ਹੈ ਸ਼ਹਿਦ ਵਰਗੀ ਮਿੱਠੀ ਜ਼ਬਾਨ। ਜ਼ਬਾਨ ਤੋਂ ਹਮੇਸ਼ਾ ਜਦੋਂ ਸ਼ਹਿਦ ਵਰਗੇ ਮਿੱਠੇ ਬਚਨ ਐ ਜਗਿਆਸੂ ਤੂੰ ਬੋਲੇਗਾ ਤੇ ਪਰਮਾਤਮਾ ਤੇਰੇ ਵਸ ਵਿੱਚ ਆ ਜਾਏਗਾ। ਇਹ ਹੈ ਮੰਤਰ ਪਰਮਾਤਮਾ ਨੂੰ ਵਸ ਕਰਨ ਦਾ, ਜੋ ਬਾਬਾ ਫਰੀਦ ਸਾਹਿਬ ਜੀ ਗੁਰਬਾਣੀ ਦੇ ਅੰਦਰ ਸਾਨੂੰ ਦੱਸ ਰਹੇ ਨੇ। ਇਹ ਤ੍ਰੈ ਭੈਣੇ ਵੇਸ ਕਰ, ਐ ਮੇਰੀਏ ਭੈਣੇ, ਐ ਮੇਰੀਏ ਜਿੰਦੇ, ਤੂੰ ਇਹ ਤਿੰਨ ਗੁਣ ਅਖਤਿਆਰ ਕਰ। ਹਮੇਸ਼ਾ ਨਿਮਰਤਾ ਦੇ ਬੋਲ ਔਰ ਹਮੇਸ਼ਾ ਖਿਮਾਦਾਨ, ਜੋ ਪਰਮਾਤਮਾ ਦਾ ਸਭ ਤੋਂ ਵੱਡਾ ਗੁਣ ਹੈ। ਕੋਈ ਬੰਦਾ ਗਲਤੀ ਕਰ ਰਿਹਾ ਸਾਡੇ ਸਾਹਮਣੇ, ਆਪਣੇ ਕੋਲ ਵੱਡਾ ਮਾਦਾ ਹੋਣਾ ਚਾਹੀਦਾ ਕਿ ਆਪਾਂ ਉਹਨੂੰ ਮਾਫ ਕਰ ਦਈਏ। ਜ਼ਬਾਨ ਤੋਂ ਹਮੇਸ਼ਾ ਮਿੱਠੇ ਬੋਲ। ਪਰ ਬਹੁਤੀ ਵਾਰਾਂ ਕੀ ਹੁੰਦਾ ਕਿ ਮਿੱਠਾ ਮਿੱਠਾ ਬੋਲਣ ਵਾਲਾ ਬੰਦਾ ਜਿਹੜਾ ਹੈ ਨਾ, ਉਹ ਅੰਦਰ ਜਿਹੜਾ ਹੈ ਉਹਦੇ ਮਿਠਾਸ ਨਹੀਂ ਹੁੰਦੀ। ਅੰਦਰੋਂ ਉਹਦੇ ਕੜਤਣ ਭਰੀ ਹੈ, ਬਾਹਰੋਂ ਮਿਠਾਸ ਦਾ ਵਿਖਾਵਾ ਕਰਦਾ। ਅਪਰਾਧੀ ਦੂਣਾ ਨੇ ਮੈਂ ਜੋ ਹੰਤਾ ਮਿਰਗਾ। ਐਸਾ ਵੀ ਮਿਠਾਸ ਵਾਲਾ ਨਹੀਂ ਚਾਹੀਦਾ ਪਰਮਾਤਮਾ ਨੂੰ, ਜਿਹੜਾ ਅੰਦਰੋਂ ਕੌੜਾ ਤੇ ਬਾਹਰੋਂ ਮਿੱਠਾ ਹੋਵੇ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤੇ ਨਹੀਂ ਜਨਮ ਜੂਏ ਹਾਰਿਆ। ਜੇ ਇਹੋ ਜੀ ਅਵਸਥਾ ਆਈ ਫਿਰ ਨਹੀਂ। ਅੰਦਰ ਜਿਹੜੀ ਮਿਠਾਸ ਹੈ ਉਹ ਅਸਲ ਹੀ ਮਿਠਾਸ ਹੋਣੀ ਚਾਹੀਦੀ ਹੈ, ਜਿਹਦੀ ਗੱਲ ਬਾਬਾ ਫਰੀਦ ਸਾਹਿਬ ਜੀ ਕਰ ਰਹੇ ਕਿ ਭਾਈ ਜੇ ਪ੍ਰਭੂ ਪਤੀ ਨੂੰ ਕਾਬੂ ਕਰਨਾ ਹੈ, ਪ੍ਰਭੂ ਪਤੀ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਹੈ, ਪ੍ਰਭੂ ਪਤੀ ਦੀ ਬਖਸ਼ਿਸ਼ ਹਾਸਲ ਕਰਨੀ ਹੈ, ਤੇ ਫਿਰ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਤਾਂ ਫਿਰ ਪਰਮਾਤਮਾ ਵਸ ਵਿੱਚ ਆਏਗਾ। ਆਓ ਸਖੀ ਗੁਣ ਕਾਮਣ ਕਰੀ ਹਾਂ ਜੀਓ, ਮਿਲ ਸੰਤ ਜਨਾ ਰੰਗ ਮਾਣੈ ਰਲਿਆ ਜੀਓ। ਸੰਤ ਜਨਾਂ ਦੇ ਨਾਲ, ਸਤ ਸੰਗੀਆਂ ਦੇ ਨਾਲ ਮਿਲ ਕੇ ਰੰਗ ਰਲਿਆ ਤੋਂ ਭਾਵ ਹੈ ਆਨੰਦ ਮਾਣੀਏ।
ਆਨੰਦ ਕਿਹੜਾ। ਹੁਣ ਸੰਸਾਰਕ ਰੰਗ ਰਲੀਆਂ ਜਿਹੜੀਆਂ ਨੇ, ਸੰਸਾਰਕ ਮੌਜ ਮੇਲੇ ਆ ਜਿਹੜੇ, ਉਹ ਤੇ ਫਿੱਕੇ ਪੈ ਜਾਂਦੇ ਆ, ਉਹ ਤੇ ਦੁਖਦਾਈ ਬਣ ਜਾਂਦੇ ਆ ਸੰਸਾਰਕ ਮੌਜ ਮੇਲੇ। ਪਰ ਇਹ ਜਿਹੜਾ ਮੌਜ ਮੇਲਾ ਗੁਰੂ ਸਾਹਿਬ ਦੱਸ ਰਹੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਮਿਲ ਸੰਤ ਜਨਾ ਰੰਗ ਮਾਣੈ ਰਲਿਆ ਜੀਓ। ਸੰਤ ਜਨਾਂ ਦੇ ਨਾਲ, ਨਾਮ ਰਸੀਆਂ ਦੇ ਨਾਲ ਮਿਲ ਕੇ ਪਰਮਾਤਮਾ ਦੀ ਬਖਸ਼ਿਸ਼ ਲਈਏ, ਪਰਮਾਤਮਾ ਦਾ ਨਾਮ ਦਾ ਆਨੰਦ ਮਾਣੀਏ, ਨਾਮ ਦਾ ਰਸ ਲਈਏ। ਨਾਮ ਦਾ ਰਸ ਆਪਾਂ ਫੱਗਣ ਦਾ ਮਹੀਨਾ ਜਦੋਂ ਪੜ੍ਹਦੇ ਹਾਂ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ। ਸਤ ਸੰਗੀ ਜਨ ਜਿਹੜੇ ਨੇ, ਨਾਮ ਰਸੀਏ ਜਿਹੜੇ ਨੇ, ਪਖੰਡੀਆਂ ਦੀ ਗੱਲ ਨਹੀਂ ਆਪਾਂ ਕਰ ਰਹੇ। ਸੰਤ ਜਨ ਉਹ ਜਿਨ੍ਹਾਂ ਦੀ ਗੱਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਰ ਰਹੇ, ਉਹ ਸੰਤ ਜਨ, ਉਹ ਸਤ ਸੰਗੀ ਜਨ ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਸੰਤ ਜਨਾਂ ਦੇ ਨਾਲ, ਸਤ ਸੰਗੀਆਂ ਦੇ ਵਿੱਚ ਬੈਠ ਕੇ, ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਜਦੋਂ ਪਰਮਾਤਮਾ ਦੇ ਗੁਣ ਗਾਇਨ ਕਰਾਂਗੇ ਨਾ, ਤੇ ਫਿਰ ਪਰਮਾਤਮਾ ਦੇ ਘਰੋਂ ਸਦਾ ਹੀ ਆਨੰਦ, ਸਦਾ ਹੀ ਖੇੜਾ, ਸਦਾ ਹੀ ਬਖਸ਼ਿਸ਼ ਪ੍ਰਾਪਤ ਹੋਏਗੀ। ਇਹ ਸੰਗਤ ਦੀ ਮਹਿਮਾ ਹੈ। ਸੰਗਤ ਕੋ ਗੁਣ ਬਹੁਤ ਅਧਿਕਾਈ, ਪੜ ਸੂਆ ਗਨਕ ਉਧਾਰੇ ਜੀਓ। ਸੂਆ ਕਹਿੰਦੇ ਤੋਤੇ ਨੂੰ, ਤੋਤੇ ਕੋਲੋਂ ਰਾਮ ਰਾਮ ਸੁਣ ਕੇ ਗਨਕਾ ਵਰਗੀ ਪਾਪਣ ਜਿਹੜੀ, ਉਹਦਾ ਵੀ ਉਧਾਰ ਹੋ ਗਿਆ। ਗਨਕਾ ਪਾਪਣ ਦੇ ਦੁਆਰੇ ਜਦੋਂ ਮਹਾਂਪੁਰਖ ਪਹੁੰਚੇ, ਹੁਣ ਮਹਾਂਪੁਰਖ ਸ਼ਬਦ ਤੋਂ ਵੀ ਕਈ ਬੰਦਿਆਂ ਨੂੰ ਅਲਰਜੀ ਹੁੰਦੀ ਹੈ, ਪਰ ਗੁਰੂ ਸਾਹਿਬ ਨੇ ਜਦੋਂ ਕਿਹਾ ਹੈ ਮਹਾਂਪੁਰਖ, ਤੇ ਮਹਾਂਪੁਰਖ ਹੋਣਗੇ ਤਾਂ ਹੀ ਕਿਹਾ ਹੈ। ਆਪਾਂ ਸਾਰਿਆਂ ਨੂੰ ਤੇ ਨਹੀਂ ਕਹਿ ਸਕਦੇ, ਪਰ ਕਿਤੇ ਨਾ ਕਿਤੇ ਤੇ ਹੈ ਹੀ ਨੇ ਨਾ। ਜੇ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਹੈ ਨਾ, ਤਾਂ ਹੀ ਤੇ ਇਹ ਧਰਤੀ ਟਿਕੀ ਹੋਈ ਹੈ। ਔਰ ਧਰਤੀ ਟਿਕਣ ਦੀ ਗੱਲ ਸਤਿਗੁਰਾਂ ਨੇ ਸਪਸ਼ਟ ਕੀਤੀ ਹੈ ਵੀ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਦਇਆਵਾਨ ਲੋਕ, ਸਿਮਰਨ ਵਾਲੇ, ਬੰਦਗੀ ਵਾਲੇ, ਸੇਵਾ ਵਾਲੇ ਬੰਦੇ ਧਰਤੀ ਤੇ ਹੈ, ਤਾਂ ਹੀ ਤੇ ਧਰਤੀ ਟਿਕੀ ਹੈ। ਜਿਸ ਦਿਨ ਸਾਰੇ ਨਾਮ ਰਸੀਏ, ਨਾਮ ਜਪਣ ਵਾਲੇ ਸੰਤ ਮਹਾਂਪੁਰਖ ਖਤਮ ਹੋ ਜਾਣਗੇ, ਧਰਤੀ ਵੀ ਗਰਕ ਹੋ ਜਾਏਗੀ। ਇਹ ਨਾਮ ਰਸੀਆਂ ਦੇ ਸਿਰ ਤੇ ਹੀ ਧਰਤੀ ਟਿਕੀ ਹੈ, ਕੋਈ ਧੌਲੇ ਬਲਦ ਦੇ ਸਿਰ ਤੇ ਨਹੀਂ ਟਿਕੀ। ਇਸੇ ਵਾਸਤੇ ਗੁਰੂ ਸਾਹਿਬ ਜੀ ਕਹਿ ਰਹੇ ਆ, ਮਿਲ ਸੰਤ ਜਨਾ ਰੰਗ ਮਾਣੈ ਰਲੀਆਂ ਜੀਓ। ਸਤ ਸੰਗੀ, ਸਤ ਸੰਗੀਆਂ ਦਾ ਸੰਗ ਕਰਕੇ ਆਪਾਂ ਸਦਾ ਆਨੰਦ, ਸਦਾ ਖੇੜਾ, ਸਦਾ ਮਨ ਚਾਓ ਦੇ ਵਿੱਚ ਰਹਿਣਾ। ਤੇ ਸੰਗਤ ਦਾ ਗੁਣ ਕਿੰਨਾ ਮਹਾਨ ਹੈ। ਦੁਰਮਤ ਦੇਖ ਦਇਆਲ ਹੋਏ, ਹੱਥੋਂ ਦਿੱਤੋਨ ਉਸ ਨੂੰ ਤੋਤਾ। ਹੁਣ ਆਪਾਂ ਤੇ ਕਿਸੇ ਦੀ ਮਾੜੀ ਗੱਲ ਵੇਖ ਕੇ ਉਹਦੇ ਨਾਲ ਗੁੱਸੇ ਹੋ ਜਾਣੇ ਵੀ ਇੱਥੋਂ ਦੂਰ ਰਹੋ, ਵੀ ਬੜਾ ਮਾੜਾ ਬੰਦਾ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਕਿ ਉਹ ਮਹਾਂਪੁਰਖ, ਉਹ ਨਾਮ ਰਸੀਆ ਐਸਾ ਹੈ ਜਿਹਨੇ ਗਨਕਾ ਵਰਗੀ ਪਾਪਣ ਦਾ ਕੁੰਡਾ ਖੜਕਾ ਦਿੱਤਾ। ਜਿਸ ਗਲੀ ਚੋਂ ਚੰਗੇ ਭਲੇ ਬੰਦੇ ਦਾ ਨਿਕਲਣਾ ਹੀ ਜਿਹੜਾ ਮਾੜਾ ਸਮਝਿਆ ਜਾਂਦਾ, ਉਹਦੇ ਘਰ ਦਾ ਬੂਹਾ ਖੜਕਾ ਦਿੱਤਾ। ਹੁਣ ਕਈ ਲੋਕਾਂ ਨੇ ਸ਼ੱਕ ਵੀ ਕੀਤਾ ਹੋਏਗਾ, ਅੱਜ ਵੀ ਆਪਾਂ ਚੰਗੇ ਬੰਦਿਆਂ ਤੇ ਬੜੀ ਵਾਰਾਂ ਸ਼ੱਕ ਕਰ ਜਾਂਦੇ ਆ। ਚੰਗੇ ਬੰਦਿਆਂ ਉੱਤੇ ਆਪਾਂ ਬੜੀ ਵਾਰਾਂ ਸ਼ੱਕ ਕਰਦੇ ਨੇ। ਔਰ ਇਸ ਸ਼ੱਕ ਨੂੰ ਮਿਟਾਉਣ ਵਾਸਤੇ ਬਾਬਾ ਫਰੀਦ ਸਾਹਿਬ ਜੀ ਨੇ ਬੜਾ ਸਪਸ਼ਟ ਕੀਤਾ ਹੈ, ਹੰਸ ਉਡਰ ਕੁਦ ਰਹਿ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੁਦਰਾ ਖਾਏ। ਹੁਣ ਹੰਸ ਜਿਹੜਾ ਉਹ ਉੱਡਦਾ ਉੱਡਦਾ ਕਿਤੇ ਬਾਜਰੇ ਦੇ ਮੱਕੇ ਦੇ ਖੇਤ 'ਚ ਆ ਕੇ ਬਹਿ ਗਿਆ। ਹੁਣ ਜ਼ਿਮੀਂਦਾਰ ਭੋਲੇ ਨੂੰ ਇਹ ਨਹੀਂ ਪਤਾ ਵੀ ਇਹ ਹੰਸ ਹੈ, ਇਹਨੂੰ ਬਹਿਣ ਦੇ, ਇਹ ਇੱਥੇ ਬੈਠੇਗਾ ਤੇ ਕੋਈ ਨਾ ਕੋਈ ਲਾਲ ਤੈਨੂੰ ਦੇ ਜਾਏਗਾ। ਐਸੇ ਹੀ ਸੰਤ ਮਹਾਂਪੁਰਖ ਹੁੰਦੇ ਨੇ, ਉਹ ਨਾਮ ਰੂਪੀ ਲਾਲ ਜ਼ਰੂਰ ਦੇ ਜਾਂਦੇ ਨੇ ਜੇ ਕੋਈ ਉਹਨਾਂ ਦੇ ਲਾਗੇ ਦੋ ਘੜੀ ਬਹਿ ਜਾਵੇ। ਪਰ ਬਹੁਤੀ ਵਾਰਾਂ ਆਪਾਂ ਨਾਮ ਰਸੀਆਂ ਦੇ ਲਾਗੇ ਬਹਿ ਨਹੀਂ ਸਕਦੇ। ਜੇ ਉਹ ਬਹਿਣਾ ਚਾਹੁੰਦੇ ਤਾਂ ਆਪਾਂ ਉਹਨਾਂ ਨੂੰ ਬਹਿਣ ਨਹੀਂ ਦਿੰਦੇ, ਕਿਉਂਕਿ ਆਪਣੇ ਕੋਲ ਉਹ ਮਾਦਾ ਨਹੀਂ ਹੈ, ਆਪਣੇ ਕੋਲ ਉਹ ਸਮਝ ਨਹੀਂ ਹੈ। ਔਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜ਼ਿਮੀਂਦਾਰ ਨੂੰ ਨਹੀਂ ਅਕਲ, ਉਹਨੇ ਪੀਪਾ ਖੜਕਾਇਆ ਤੇ ਹੰਸ ਨੂੰ ਉਡਾ ਦਿੱਤਾ। ਪਰ ਉਹਨੂੰ ਭੋਲੇ ਨੂੰ ਇਹ ਨਹੀਂ ਪਤਾ ਵੀ ਭੋਲਿਆ ਇਹ ਨਹੀਂ ਕੋਦਰਾ ਖਾਂਦਾ, ਇਹ ਨਹੀਂ ਬਾਜਰਾ ਮੱਕਾ ਖਾਂਦਾ। ਹੰਸਾ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਾਲਣ ਜਾਵੇ।
ਬਗਲਾ ਜਿਹੜਾ ਹੈ ਉਹ ਡੱਡੀ ਮੱਛੀ ਖਾ ਸਕਦਾ ਹੈ, ਪਰ ਹੰਸ ਜਿਹੜਾ, ਇਸੇ ਵਾਸਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੰਸ ਵੀ ਕਿਹਾ ਹੈ ਤੇ ਪਰਮਹੰਸ ਵੀ ਪਦਵੀ ਦਿੱਤੀ ਹੈ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ। ਪਰਮਹੰਸ ਦੀ ਹੰਸ ਤੋਂ ਵੀ ਵੱਡੇ, ਜਿਹੜੇ ਕਿ ਸਾਰ ਵਸਤੂ ਜਿਹੜੀ ਹੈ, ਨਾਮ ਵਸਤੂ, ਸਿਮਰਨ ਪਰਮਾਤਮਾ ਦਾ, ਬੰਦਗੀ, ਬਾਣੀ ਰੂਪੀ ਮੋਤੀ ਜਿਹੜੇ ਚੁਗਦੇ ਨੇ। ਤੇ ਜਿਨ੍ਹਾਂ ਨੇ ਬਾਣੀ ਰੂਪੀ ਮੋਤੀ ਚੁਗੇ ਨੇ, ਜਿਹੜਾ ਉਹਨਾਂ ਦੀ ਸੰਗਤ ਵਿੱਚ ਬਹੇਗਾ ਉਹਨਾਂ ਨੂੰ ਹੀਰੇ ਮੋਤੀ ਮਿਲਣਗੇ ਬਾਣੀ ਰੂਪੀ। ਤੇ ਜੇ ਕੁਸੰਗੀਆਂ ਦੀ ਸੰਗਤ ਵਿੱਚ ਬਹਿ ਗਏ ਤੇ ਫਿਰ ਉੱਥੋਂ ਸਾਡੇ ਕੁਸੰਗ ਵਿੱਚ ਬਹਿਣ ਦੇ ਨਾਲ ਗੁਰਬਾਣੀ ਸਾਨੂੰ ਕੁਸੰਗ ਤੋਂ ਵੀ ਰੋਕਦੀ, ਭਈ ਮਾੜੇ ਬੰਦੇ ਦੀ ਸੰਗਤ ਤੋਂ ਵੀ ਦੂਰ ਹੋਈ। ਜੇ ਮਾੜੇ ਬੰਦੇ ਦੇ ਲਾਗੇ ਬਹਿ ਗਿਆ ਤੇ ਉਹ ਇਸ ਤਰ੍ਹਾਂ ਜਿਵੇਂ ਕਾਲਖ ਵਾਲਾ ਭਾਂਡਾ ਉਹਦੇ ਲਾਗੋਂ ਦੀ ਜੇ ਤੁਸੀਂ ਲੰਘੇ ਨਾ, ਬਦੋ ਬਦੀ ਤੁਹਾਡੇ ਚਿੱਟੇ ਕੱਪੜੇ ਦੇ ਕਿਤੇ ਨਾ ਕਿਤੇ ਮਾੜਾ ਮੋਟਾ ਦਾਗ ਜ਼ਰੂਰ ਲੱਗੇਗਾ। ਬਾਸਨ ਕਾਰੋ ਪਰਸੀਏ ਤੋ ਕਛ ਲਾਗੇ ਦਾਗ। ਇਸ ਵਾਸਤੇ ਗੁਰੂ ਸਾਹਿਬ ਨੇ ਮਾੜੀ ਸੰਗਤ ਤੋਂ ਸਦਾ ਸਾਨੂੰ ਸੁਚੇਤ ਕੀਤਾ ਹੈ ਤੇ ਚੰਗੀ ਸੰਗਤ ਵਿੱਚ ਬੈਠਣ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਬਾਰ-ਬਾਰ ਜਗਾਇਆ ਹੈ, ਬਾਰ-ਬਾਰ ਹਲੂਣਾ ਦਿੱਤਾ ਹੈ। ਤੇ ਭਗਤ ਜੀ ਕਹਿੰਦੇ ਕਿ ਭਾਈ ਜਿਹੜੇ ਨਾਮ ਰੂਪੀ ਹੰਸ ਨੇ ਨਾ, ਉਹ ਕਿਤੇ ਵੀ ਚਲੇ ਜਾਣ, ਉਹਨਾਂ ਨੂੰ ਮਾੜੀ ਤੋਂ ਮਾੜੀ ਸੰਗਤ ਦੇ ਵਿੱਚ ਵੀ ਉਹ ਚੰਗੀ ਸੰਗਤ ਬਣਾ ਦੇਣਗੇ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਵਸ ਚੁੱਕਾ ਹੈ ਪਰਮ ਪਿਤਾ ਪਰਮਾਤਮਾ ਦਾ ਨਾਮ। ਉਹ ਹੋ ਚੁੱਕੇ ਨੇ ਪਰਮਾਤਮਾ ਦਾ ਰੂਪ। ਉਹਨਾਂ ਨੂੰ ਮਾੜੀ ਸੰਗਤ ਖਰਾਬ ਨਹੀਂ ਕਰੇਗੀ, ਉਹ ਮਾੜੇ ਲੋਕਾਂ ਨੂੰ ਵੀ ਆਪਣੀ ਸੰਗਤ ਦਾ ਪ੍ਰਭਾਵ ਦੇ ਕੇ ਆਪਣੇ ਵਰਗਾ ਬਣਾ ਲੈਣਗੇ। ਇਹ ਹੈ ਮਹਾਂਪੁਰਖਾਂ ਦੀ ਸੰਗਤ ਦਾ ਫਲ। ਜਿਹੜੀ ਗੱਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੱਸ ਰਹੇ, ਮਿਲ ਸੰਤ ਜਨਾਂ, ਸੰਤ ਜਨਾਂ ਦੇ ਨਾਲ ਮਿਲ ਕੇ, ਨਾਮ ਰਸੀਆਂ ਦੇ ਨਾਲ ਮਿਲ ਕੇ ਰੰਗ ਮਾਣੈ ਰਲਿਆ ਰਾਮ। ਭਾਈ ਸਤਸੰਗੀਆਂ ਦੇ ਵਿੱਚ ਮਿਲ ਕੇ ਤੇ ਆਪਾਂ ਆਨੰਦ ਮਾਣੀਏ, ਕਿਉਂਕਿ ਸਤ ਸੰਗਤ ਤੋਂ ਇਲਾਵਾ ਹੋਰ ਕਿਤੇ ਵੀ ਅਸਲ ਆਨੰਦ ਨਹੀਂ ਹੈ। ਦੁਨੀਆ ਦੇ ਆਨੰਦ ਜਿਹੜੇ ਨੇ ਉਹ ਮੁੱਕਣ ਵਾਲੇ ਨੇ। ਅੱਜ ਆਨੰਦ ਆਪਾਂ ਉਹਨੂੰ ਆਨੰਦ ਨਹੀਂ ਕਹਿ ਸਕਦੇ। ਦੁਨੀਆ ਦੇ ਜਿਹੜੇ ਰੰਗ ਤਮਾਸ਼ੇ ਨੇ ਉਹਨੂੰ ਖੁਸ਼ੀ ਕਹਿ ਸਕਦੇ ਆ, ਤੇ ਖੁਸ਼ੀ ਜਿਹੜੀ ਆ ਉਹ ਵੱਧ ਵੀ ਸਕਦੀ ਹੈ, ਘਟ ਵੀ ਸਕਦੀ ਹੈ, ਪਰ ਗੁਰੂ ਕੀ ਸੰਗਤ ਦੇ ਵਿੱਚੋਂ ਜਿਹੜਾ ਆਨੰਦ ਮਿਲਣਾ ਹੈ ਨਾ, ਉਹ ਆਨੰਦ ਸਦੀਵੀ ਆਨੰਦ ਹੈ, ਜਿਹੜਾ ਫਿਰ ਕਦੀ ਵੀ ਖੁਸ਼ੀ ਵਿੱਚ, ਗਮੀ ਵਿੱਚ ਉਹ ਆਨੰਦ ਜਿਹੜਾ ਹੈ ਉਹਦੇ ਵਿੱਚ ਕਦੀ ਵੀ ਘਾਟ ਨਹੀਂ ਪੈਂਦੀ, ਕਦੀ ਵੀ ਉਹ ਆਨੰਦ ਘੱਟ ਨਹੀਂ ਹੁੰਦਾ। ਦੁੱਖ ਆਵੇ ਸੁੱਖ ਆਵੇ, ਗੁਰੂ ਕਾ ਪਿਆਰਾ ਸਦਾ ਇੱਕ ਰਸ ਟਿਕਾ ਦੇ ਵਿੱਚ ਬਣਿਆ ਰਹਿੰਦਾ ਹੈ। ਗੁਰ ਦੀਪਕ ਗਿਆਨ ਸਦਾ ਮਨ ਬਲੀਆ ਜੀਓ। ਗੁਰ ਦੀਪਕ ਗਿਆਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਗਲੀ ਤੁਕ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਗੁਰੂ ਦੇ ਗਿਆਨ ਦਾ ਦੀਪਕ ਜਿਹੜਾ ਹੈ ਉਹ ਸਦਾ ਆਪਣੇ ਹਿਰਦੇ ਦੇ ਵਿੱਚ ਜਗਾ ਕੇ ਰੱਖੋ, ਹਮੇਸ਼ਾ ਦੀਵਾ ਬਾਲ ਕੇ ਰੱਖੋ, ਲਾਈਟ ਹਮੇਸ਼ਾ ਆਪਣੀ ਜਗਾ ਕੇ ਰੱਖੋ, ਕਿਉਂਕਿ ਲਾਈਟ ਅਗਰ ਬੁਝ ਗਈ ਤੇ ਫਿਰ ਹਨੇਰੇ ਵਿੱਚ ਠੇਡੇ ਖਾਵਾਂਗੇ। ਕਿਉਂਕਿ ਆਪਣੇ ਘਰ ਦੇ ਅੰਦਰ ਹੀ ਜੇ ਲਾਈਟ ਚਲੀ ਜਾਵੇ, ਘੁੱਪ ਹਨੇਰਾ ਹੋ ਜਾਵੇ, ਤੇ ਆਪਾਂ ਟੱਕਰਾਂ ਖਾਣੀਆਂ ਸ਼ੁਰੂ ਹੋ ਜਾਂਦੇ ਘਰ ਦੇ ਸਮਾਨ ਨਾਲ ਹੀ, ਜਦ ਆਪਾਂ ਨੂੰ ਪਤਾ ਵੀ ਹੈ ਕਿ ਇੱਥੇ ਕੁਰਸੀ ਟੇਬਲ ਪਿਆ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਗੁਰ ਦੀਪਕ ਗਿਆਨ ਸਦਾ ਮਨ ਬਲੀਆਂ ਜੀਓ। ਗੁਰੂ ਦੇ ਗਿਆਨ ਦਾ ਦੀਵਾ ਆਪਣੇ ਮਨ ਦੇ ਅੰਦਰ ਭਾਈ ਸਦਾ ਵਾਸਤੇ ਜਗਾ ਕੇ ਰੱਖੀਏ, ਕਿਉਂਕਿ ਜੇ ਦੀਵਾ ਬਲੇਗਾ, ਦੀਵਾ ਬਲੈ ਅੰਧੇਰਾ ਜਾਏ। ਵੇਦ ਪਾਠ ਮੁਖ ਪਾਪਾਂ ਖਾਏ, ਉਗਵੈ ਸੂਰ ਨਾ ਦੀਸੈ ਚੰਦ। ਜਹ ਗਿਆਨ ਪ੍ਰਕਾਸ਼ ਤਹ, ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਏਗਾ ਤੈ ਅੰਧਕਾਰ ਮਿਟੰਤ। ਜਿੱਥੇ ਗਿਆਨ ਦਾ ਦੀਵਾ ਬਲ ਗਿਆ ਉੱਥੇ ਅਗਿਆਨਤਾ ਦਾ ਹਨੇਰਾ ਜਿਹੜਾ ਉਹ ਦੂਰ ਚਲਾ ਜਾਏਗਾ। ਹੁਣ ਸੂਰਜ ਚੜ੍ਹਦਾ ਹੈ, ਜਦੋਂ ਸੂਰਜ ਚੜ੍ਹਦਾ ਉਗਵੈ ਸੂਰ, ਜਦੋਂ ਸੂਰਜ ਚੜ੍ਹਦਾ ਚੰਦਰਮਾ ਉਦੋਂ ਛੁਪ ਜਾਂਦਾ ਹੈ। ਜੇ ਚੰਦਰਮਾ ਦਿਖਾਈ ਵੀ ਦੇਵੇ ਤੇ ਉਹਦੀ ਕੋਈ ਵੈਲਿਊ ਨਹੀਂ ਹੈ, ਉਹਦੀ ਕੋਈ ਔਕਾਤ ਨਹੀਂ ਰਹਿੰਦੀ ਚੰਦਰਮਾ ਦੀ, ਕਿਉਂਕਿ ਕੋਈ ਲਾਈਟ ਹੀ ਨਹੀਂ ਹੈ ਉਹਦੇ ਅੰਦਰ। ਸੂਰਜ ਚੜ੍ਹਦਾ ਹੈ, ਨਿੱਕਾ ਨਿੱਕਾ ਜੀਵ ਵੀ ਧਰਤੀ ਤੇ ਤੁਰਦਾ ਹੋਇਆ ਆਪਾਂ ਨੂੰ ਨਜ਼ਰ ਆਉਂਦਾ ਹੈ। ਤੇ ਜਿੱਥੇ ਗਿਆਨ ਦਾ ਦੀਵਾ ਬਲ ਗਿਆ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੀਵੇ ਬਾਰੇ ਬਹੁਤ ਸਾਰੇ ਸ਼ਬਦ ਲਿਖੇ ਨੇ। ਇਹ ਵੀ ਸ਼ਬਦ ਸੂਈ ਮਹੱਲਾ ਪਹਿਲਾ, ਦੀਵਾ ਬਲੈ ਅੰਧੇਰਾ ਜਾਏ।
ਜਦੋਂ ਦੀਵਾ ਬਲੇਗਾ ਗਿਆਨ ਦਾ ਤੇ ਅੰਧਕਾਰ ਦਾ ਨਾਸ਼ ਹੋ ਜਾਏਗਾ। ਅੰਧਕਾਰ ਕਿਹੜਾ ਹੈ? ਅਗਿਆਨਤਾ ਦਾ ਅੰਧਕਾਰ। ਦੀਵਾ ਬਲੇ ਅੰਧੇਰਾ ਜਾਏ। ਜਦੋਂ ਦੀਵਾ ਗਿਆਨ ਦਾ ਅੰਦਰ ਬਲ ਗਿਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰ ਗਿਆਨ ਗੁਰ ਦੀਪਕ ਗਿਆਨ ਸਦਾ ਮਨ ਬਲੀਆ ਜੀਓ। ਗੁਰੂ ਦੇ ਗਿਆਨ ਦਾ ਦੀਵਾ ਬਾਲਣਾ ਹੈ। ਇਹ ਬਾਹਰਲੇ ਦੀਵਿਆਂ ਦੀ ਕੋਈ ਅਹਿਮੀਅਤ ਨਹੀਂ ਹੈ। ਚਾਹੇ 1000 ਵਾਟ ਦੇ 5000 ਵਾਟ ਦਾ ਬਲਬ ਜਗਾ ਲਓ, ਪਰ ਗੁਰੂ ਤੋਂ ਬਿਨਾ ਅੰਦਰ ਹਨੇਰਾ ਹੈ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਬੰਦਾ ਘੁੱਪ ਹਨੇਰੇ ਦੇ ਵਿੱਚ ਹੀ ਬੈਠਾ ਰਹਿੰਦਾ ਹੈ। ਜੇ ਬੰਦੇ ਨੇ ਗਿਆਨ ਲੈਣਾ ਹੈ, ਗਿਆਨ ਪ੍ਰਕਾਸ਼ ਲੈਣਾ ਹੈ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਪਾਵਨ ਸ਼ਬਦ ਦੇ ਅੰਦਰ ਵੀ ਆਪਣੇ ਅੰਦਰ ਗੁਰੂ ਦੇ ਗਿਆਨ ਦਾ ਦੀਵਾ ਬਾਲੀਏ। ਜਦੋਂ ਗੁਰੂ ਦੇ ਗਿਆਨ ਦਾ ਦੀਵਾ ਬਲੇਗਾ, ਸਾਡੇ ਭਰਮ ਭੁਲੇਖੇ ਪਖੰਡ ਕਰਮ ਕਾਂਡ ਅਨੇਕਾਂ ਤਰ੍ਹਾਂ ਦੇ ਜਿਹੜੇ ਬੇਅਰਥ ਨਿਰਰਥਕ ਕਰਮ ਆਪਾਂ ਕਰ ਰਹੇ ਆ ਨਾ, ਉਹ ਸਾਰੇ ਦੇ ਸਾਰੇ ਨਿਰਰਥਕ ਕਰਮ ਜਿਨ੍ਹਾਂ ਤੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਰੋਕਿਆ ਸੀ। ਔਰ 10 ਪਾਤਸ਼ਾਹੀਆਂ ਨੇ ਉਹੋ ਹੀ ਉਪਦੇਸ਼ ਜਿਹੜਾ ਹੈ, ਉਸ ਉਪਦੇਸ਼ ਦਾ ਪ੍ਰਚਾਰ ਜੋ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਸੀ, 10 ਪਾਤਸ਼ਾਹੀਆਂ ਉਸ ਉਪਦੇਸ਼ ਨੂੰ ਦ੍ਰਿੜ ਕਰਾਉਂਦੀਆਂ ਰਹੀਆਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਡੀ ਝੋਲੀ ਦੇ ਵਿੱਚ ਗਿਆਨ ਪ੍ਰਕਾਸ਼ ਪਾਇਆ, ਪਰ ਆਪਾਂ ਉਸ ਗਿਆਨ ਪ੍ਰਕਾਸ਼ ਨੂੰ ਛੱਡ ਚੁੱਕੇ ਹਾਂ। ਕਿਉਂ ਮੈਂ ਕਹਿ ਰਿਹਾ ਛੱਡ ਚੁੱਕੇ ਹਾਂ? ਕਿਉਂਕਿ ਆਪਾਂ ਗੁਰੂ ਦੀ ਇੱਕ ਵੀ ਗੱਲ ਮੰਨਣ ਵਾਸਤੇ ਤਿਆਰ ਨਹੀਂ। ਗੁਰੂ ਸਾਹਿਬ ਨੇ ਸਾਨੂੰ ਜਾਤ ਪਾਤ ਭਰਮ ਪਖੰਡ ਉੱਚਾ ਨੀਵਾਂ ਵੱਡਾ ਛੋਟਾ ਅਮੀਰ ਗਰੀਬ ਇਸਤਰੀ ਪੁਰਸ਼ ਇਹਦੇ ਸਾਰੇ ਭਰਮ ਭੁਲੇਖਿਆਂ ਤੋਂ ਉਬਾਰਿਆ ਸੀ ਵੀ ਸਭ ਇੱਕ ਬਰਾਬਰ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਗੁਰੂ ਸਾਹਿਬ ਨੇ ਕਹਿ ਦਿੱਤਾ ਸਾਰੇ ਜਦੋਂ ਰੱਬ ਦੇ ਪੈਦਾ ਕੀਤੇ ਆ, ਇਸਤਰੀ ਵੀ ਪੁਰਸ਼ ਵੀ ਅਮੀਰ ਵੀ ਗਰੀਬ ਵੀ ਹਰ ਬੰਦਾ, ਫਿਰ ਵੱਡਾ ਕੌਣ ਹੈ ਤੇ ਛੋਟਾ ਕੌਣ ਹੈ? ਪਰ ਆਪਾਂ ਅੱਜ ਵੀ ਇਹਨਾਂ ਚੀਜ਼ਾਂ ਨੂੰ ਨਹੀਂ ਛੱਡ ਪਾਏ। ਤੇ ਇਹਦਾ ਮਤਲਬ ਹੈ ਸਾਡੇ ਅੰਦਰ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਨੇ ਗੁਰ ਦੀਪਕ ਗਿਆਨ, ਗੁਰੂ ਦੇ ਗਿਆਨ ਦਾ ਦੀਵਾ, ਇਸ ਦਾ ਮਤਲਬ ਸਾਡਾ ਹਲੇ ਬੁਝਿਆ ਹੈ। ਹਲੇ ਸਾਡੇ ਅੰਦਰ ਗੁਰੂ ਦੇ ਗਿਆਨ ਦਾ ਦੀਵਾ ਨਹੀਂ ਬਲਿਆ। ਸਾਡੇ ਅੰਦਰ ਗੁਰੂ ਨਾਨਕ ਦੇ ਦਿੱਤੇ ਹੋਏ ਗਿਆਨ ਪ੍ਰਕਾਸ਼ ਨੂੰ ਅਸੀਂ ਹਲੇ ਨਹੀਂ ਅਪਣਾਇਆ, ਕਿਉਂਕਿ ਆਪਾਂ ਹਲੇ ਵੀ ਵੱਡਾ ਛੋਟਾ ਗਿਣਦੇ ਪਏ ਆ। ਇਹ ਗਿਆਨ ਜਿਹੜਾ ਸੀ ਵੱਡੇ ਛੋਟੇ ਦਾ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਦਾ ਧਾਗਾ ਪਾਉਣ ਤੋਂ ਗੁਰੂ ਨਾਨਕ ਸਾਹਿਬ ਜੀ ਇਨਕਾਰੀ ਹੋ ਗਏ ਸੀ। ਇਹ ਉਹਨਾਂ ਦਾ ਗਿਆਨ ਸੀ ਵੀ ਆਹ ਵੱਡਾ ਹੈ, ਆਹ ਛੋਟਾ ਹੈ, ਆਹ ਗੁਰਦੁਆਰੇ ਮੰਦਿਰ ਜਾ ਸਕਦਾ ਹੈ, ਆਹ ਨਹੀਂ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਹੀ ਭਰਮ ਭੁਲੇਖੇ ਮਿਟਾਏ ਸੀ। ਜਿਸ ਵੇਲੇ ਬਾਬਾ ਕਬੀਰ ਸਾਹਿਬ ਜੀ ਨੂੰ ਗਿਆਨ ਪ੍ਰਕਾਸ਼ ਹੋਇਆ ਸੀ ਨਾ, ਤੇ ਉਹਨਾਂ ਨੇ ਭਰਮ ਪਖੰਡ ਦੇ ਕਰਮ ਕਾਂਡਾਂ ਦੇ ਬਖੀਏ ਉਧੇੜ ਦਿੱਤੇ ਸੀ। ਉਹਨਾਂ ਕੋਲੋਂ ਪਖੰਡੀ ਲੋਕ ਜਿਹੜੇ ਸੀ, ਕਰਮ ਕਾਂਡੀ ਲੋਕ ਥਰ ਥਰ ਕੰਬਣ ਲੱਗ ਗਏ ਸੀ। ਉਹਨਾਂ ਦੇ ਸਾਹਮਣੇ ਆਉਣ ਤੋਂ ਵੀ ਪਖੰਡੀ ਲੋਕ ਕਰਮ ਕਾਂਡੀ ਲੋਕ ਡਰਨ ਲੱਗ ਪਏ ਸੀ। ਬਾਬਾ ਕਬੀਰ ਸਾਹਿਬ ਕਹਿੰਦੇ ਤੁਸੀਂ ਧਾਗਾ ਪਾਇਆ ਹੈ, ਤੁਸੀਂ ਸੋਚਦੇ ਹੋ ਵੀ ਮੈਂ ਧਾਗਾ ਨਹੀਂ ਪਾ ਸਕਦਾ, ਇਸ ਕਰਕੇ ਤੁਸੀਂ ਵੱਡੇ ਹੋ ਗਏ। ਕਬੀਰ ਸਾਹਿਬ ਕਹਿੰਦੇ ਇਹੋ ਜਿਹੇ ਧਾਗੇ ਤਾਂ ਅਸੀਂ ਰੋਜ਼ ਹੀ ਬੁਣਦੇ ਹਾਂ ਆਪਣੀ ਖੱਡੀ ਤੇ। ਹਮ ਘਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਜਨੇਊ ਤੁਸੀਂ ਪਾਇਆ ਨਾ, ਆਪਣੇ ਆਪ ਨੂੰ ਉੱਚੀ ਜਾਤ ਕਹਿਣ ਵਾਲੇ ਹੋ, ਇਹ ਵਾਲਾ ਧਾਗਾ ਇਹ ਵਾਲਾ ਸੂਤਰ ਤੇ ਮੈਂ ਰੋਜ਼ ਹੀ ਕੱਤਦਾ, ਰੋਜ਼ ਹੀ ਤਾਣਾ ਪੇਟਾ ਅਸੀਂ ਪਾਉਂਦੇ ਹਾਂ, ਰੋਜ਼ ਹੀ ਅਸੀਂ ਸੂਤ ਕੱਤਦੇ ਹਾਂ, ਰੋਜ਼ ਹੀ ਕੱਪੜਾ ਬੁਣਦੇ ਹਾਂ। ਇਹਦੇ 'ਚ ਕਿਹੜੀ ਖਾਸੀਅਤ ਹੈ? ਤੁਮ ਤੋਂ ਵੇਦ ਪੜੋ ਗਾਇਤਰੀ। ਕਹਿੰਦੇ ਤੁਸੀਂ ਵੇਦ ਪੜ੍ਹਦੇ ਹੋ, ਗਾਇਤਰੀ ਪੜ੍ਹਦੇ ਹੋ, ਤੇ ਮੇਰੇ ਹਿਰਦੇ ਵਿੱਚ ਤੇ ਗੋਬਿੰਦ ਵਸਿਆ। ਤੁਮ ਤੋਂ ਵੇਦ ਪੜੋ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਕਹਿੰਦੇ ਤੁਸੀਂ ਤੇ ਉੱਤੋਂ ਪੜ੍ਹਦੇ ਹੋ ਵੇਦ, ਕੇਵਲ ਜ਼ਬਾਨ ਨਾਲ ਪੜ੍ਹਦੇ ਹੋ, ਰਸੀਲੀ ਜ਼ਬਾਨ ਨਾਲ ਤੁਸੀਂ ਪੜ੍ਹਦੇ ਪਏ ਹੋ ਵੇਦ, ਪੜ੍ਹਦੇ ਪਏ ਹੋ ਰੋਜ਼ ਗਾਇਤਰੀ ਮੰਤਰ, ਪਰ ਅੰਦਰ ਤੁਹਾਡੇ ਨਹੀਂ ਵਸਿਆ ਗਾਇਤਰੀ ਮੰਤਰ। ਅੰਦਰ ਤੁਹਾਡੇ ਵੇਦ ਨੇ ਅਸਰ ਨਹੀਂ ਕੀਤਾ, ਅੰਦਰ ਤੁਸੀਂ ਨਹੀਂ ਵਸਾਇਆ, ਕੇਵਲ ਵਿਖਾਵੇ ਮਾਤਰ ਤੁਸੀਂ ਪੜ੍ਹ ਰਹੇ ਹੋ,
ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਗੋਬਿੰਦ ਹਿਰਦੇ ਹਮਾਰੇ, ਮੇਰੇ ਤੇ ਇੱਥੇ ਵਸ ਗਿਆ ਗੋਬਿੰਦ। ਜਿਹੜੀ ਗੱਲ ਆਰੰਭਤਾ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਨੇ ਕਿ ਪਰਮਾਤਮਾ ਨੂੰ ਕਿਵੇਂ ਵਸਾਈਏ, ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਤੇ ਹਿਰਦੇ ਦੇ ਵਿੱਚ ਵਸ ਗਿਆ, ਮੇਰੇ ਤੇ ਅੰਗ ਅੰਗ ਦੇ ਵਿੱਚ ਵਸ ਗਿਆ ਹੈ। ਮੇਰੀ ਜਿਹਬਾ ਬਿਸ਼ਨ ਨੈਣ ਨਾਰਾਇਣ ਹਿਰਦੈ ਬਸੇ ਗੋਬਿੰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰੀਆਂ ਤੇ ਅੱਖਾਂ ਦੇ ਵਿੱਚ ਵੀ ਰੱਬ ਵਸ ਗਿਆ ਹੈ ਗੋਬਿੰਦ, ਮੇਰੀ ਤੇ ਜ਼ਬਾਨ ਤੇ ਵੀ ਗੋਬਿੰਦ ਵਸ ਗਿਆ, ਮੇਰੇ ਹਿਰਦੇ ਵਿੱਚ ਵੀ ਗੋਬਿੰਦ ਵਸ ਗਿਆ ਹੈ। ਤੁਸੀਂ ਬਾਰ-ਬਾਰ ਦੀਆਂ ਗੱਲਾਂ ਕਰਦੇ ਹੋ, ਤੁਸੀਂ ਧਾਗੇ ਤਵੀਤਾਂ ਦੀਆਂ ਗੱਲਾਂ ਕਰਦੇ ਹੋ, ਧਾਗੇ ਪਾਉਣ ਦੀਆਂ ਗੱਲਾਂ ਕਰਦੇ ਹੋ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਨਕਾਰ ਕਰ ਦਿੱਤਾ ਸੀ ਧਾਗਾ ਪਾਉਣ ਤੋਂ। ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਵੀ ਜਿਹੜਾ ਧਾਗਾ ਪਾ ਕੇ ਬੰਦਾ ਧਾਰਮਿਕ ਬਣਦਾ ਉਹ ਇਸਤਰੀ ਨੂੰ ਕਿਉਂ ਨਹੀਂ ਪਾਉਂਦੇ ਬਈ, ਇਸ ਦਾ ਵੱਲੋਂ ਅਧੂਰਾ ਧਾਗਾ ਹੈ। ਜਿਹੜੀ ਮਾਂ ਨੇ ਸਾਨੂੰ ਜਨਮ ਦਿੱਤਾ ਜੇ ਉਹਦਾ ਹੀ ਧਰਮ ਅਧੂਰਾ ਹੈ, ਜੇ ਉਹੀ ਅਧਰਮੀ ਹੈ, ਸਾਡੀ ਮਾਂ ਅਧਰਮੀ, ਅਸੀਂ ਧਰਮੀ ਕਿੱਥੋਂ ਬਣ ਜਾਾਂਗੇ। ਗੁਰੂ ਸਾਹਿਬ ਨੇ ਆਵਾਜ਼ ਬੁਲੰਦ ਕੀਤੀ ਸੀ, ਇਹੀ ਆਵਾਜ਼ ਬਾਬਾ ਕਬੀਰ ਸਾਹਿਬ ਜੀ ਬੁਲੰਦ ਕਰ ਰਹੇ ਆ। ਕਹਿੰਦੇ ਮੇਰੀ ਰਸਨਾ ਬਿਸ਼ਨ ਨੈਣ ਨਾਰਾਇਣ ਹਿਰਦੈ ਬਸੇ ਗੋਬਿੰਦਾ। ਕਹਿੰਦੇ ਜਦੋਂ ਲੇਖਾ ਜੋਖਾ ਹੋਏਗਾ ਨਾ, ਫਿਰ ਧਰਮਰਾਜ ਦੀ ਕਚਹਿਰੀ ਵਿੱਚ ਰੱਬ ਦੇ ਦਰ ਤੇ ਕੀ ਮੂੰਹ ਲੈ ਕੇ ਜਾਓਗੇ ਤੁਸੀਂ ਲੋਕ। ਫਿਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਸਾਰੀ ਉਮਰ ਸਾਨੂੰ ਗਊਆਂ ਦੀ ਤਰ੍ਹਾਂ ਚਾਰਿਆ ਹੈ। ਹਮ ਗੋਰੂ ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ, ਕਬਹੂ ਨਾ ਪਾਰ ਉਤਾਰ ਚਰਾਇਓ, ਕੈਸੇ ਖਸਮ ਹਮਾਰੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਤੇ ਬੜੇ ਨਿਕੰਮੇ ਸਾਡੇ ਖਸਮ ਜੇ, ਤੁਸੀਂ ਜਨਮਾਂ ਜਨਮਾਂ ਤੋਂ ਸਾਡੇ ਮਾਲਕ ਬਣੇ ਪਏ ਵੀ ਅਸੀਂ ਸ਼ੂਦਰ ਹਾਂ, ਤੁਸੀਂ ਵੱਡੇ ਹੋ, ਤੁਸੀਂ ਸਦਾ ਸਾਡੇ ਰਖਵਾਲੇ ਬਣੇ ਰਹੇ। ਹਮ ਗੋਰੂ ਤੋਂ ਭਾਵੇਂ ਗਾਂ, ਅਸੀਂ ਤੁਹਾਡੀਆਂ ਗਊਆਂ ਬਣੇ ਰਹੇ, ਤੁਸੀਂ ਸਾਡੇ ਗਵਾਲੇ ਬਣੇ ਰਹੇ, ਮਾਲਕ ਬਣੇ ਰਹੇ, ਜਨਮਾਂ ਜਨਮਾਂ ਤੋਂ ਤੁਸੀਂ ਸਾਨੂੰ ਚਾਰਦੇ ਰਹੇ, ਪਰ ਫਾਇਦਾ ਤੁਸੀਂ ਕੁਛ ਨਹੀਂ ਦਿੱਤਾ ਸਾਨੂੰ। ਤੁਸੀਂ ਨਦੀ ਤੋਂ ਪਾਰ ਤੇ ਸਾਨੂੰ ਕਦੀ ਚਰਾਇਆ ਹੀ ਨਹੀਂ। ਕਹਿਣ ਤੋਂ ਮੁਰਾਦ ਇਹ ਹੈ ਬਾਬਾ ਕਬੀਰ ਸਾਹਿਬ ਜੀ ਦੀ, ਤੁਸੀਂ ਸੰਸਾਰ ਸਮੁੰਦਰ ਤੋਂ ਤੇ ਸਾਨੂੰ ਪਾਰ ਹੀ ਨਹੀਂ ਕਰ ਸਕੇ। ਕਾਹਦੇ ਰਖਵਾਲੇ, ਤੁਸੀਂ ਸਾਡੇ ਨਿਕੰਮੇ ਰਖਵਾਲੇ ਹੋ, ਤੁਸੀਂ ਗੁਣਹੀਣ ਸਾਡੇ ਰਖਵਾਲੇ ਹੋ। ਜੇ ਤੁਸੀਂ ਰਖਵਾਲੇ ਹੋ ਤੇ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਕੇ ਦੱਸੋ, ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਾਓ। ਜੇ ਤੁਸੀਂ ਪਾਰ ਨਹੀਂ ਕਰਾ ਸਕਦੇ ਤੇ ਤੁਸੀਂ ਫਿਰ ਨਿਕੰਮੇ ਰਖਵਾਲੇ ਜੇ। ਅਗਲੀ ਤੁਕ ਵਿੱਚ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤੂੰ ਬਾਮਨ ਮੈਂ ਕਾਸਿਕ ਜੁਲਹਾ, ਬੂਝੋ ਮੋਰ ਗਿਆਨਾ, ਤੁਮ ਤੋ ਜਾਚੇ ਭੂਪਤ ਰਾਜੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਵੇਦ ਵੀ ਪੜ੍ਹ ਲਏ, ਬਹੁਤ ਸਾਰੇ ਗ੍ਰੰਥਾਂ ਦਾ ਤੁਸੀਂ ਗਿਆਨ ਪ੍ਰਾਪਤ ਕਰ ਲਿਆ, ਰੱਬ ਦੀਆਂ ਗੱਲਾਂ ਤੁਸੀਂ ਬੇਅੰਤ ਕੀਤੀਆਂ, ਬਹੁਤ ਗੱਲਾਂ ਤੁਸੀਂ ਰੱਬ ਦੀਆਂ ਸੁਣਾਉਂਦੇ ਹੋ, ਪਰ ਇਹ ਤੁਹਾਡਾ ਗਿਆਨ ਜਿਹੜਾ ਹੈ, ਇਹ ਗਿਆਨ ਲੈ ਕੇ ਤੁਸੀਂ ਕਰਦੇ ਕੀ ਜੇ? ਫਿਰ ਤੁਸੀਂ ਤੁਹਾਡੇ ਅੰਦਰ ਗੁਲਾਮੀ ਬਣੀ ਰਹੀ ਹੈ। ਤੁਮ ਤੋ ਭੂਪਤ, ਤੁਮ ਤੋ ਜਾਚੇ ਭੂਪਤ ਰਾਜੇ, ਤੁਸੀਂ ਤੇ ਰਾਜੇ ਮਹਾਰਾਜਿਆਂ ਦੇ ਅੱਗੇ ਮੰਗਤੇ ਬਣੇ ਰਹੇ। ਉੱਥੇ ਜਾ ਕੇ ਗਿਆਨ ਸੁਣਾਇਆ ਤੇ ਹੱਥ ਅੱਡ ਲਏ ਵੀ ਦਾਨ ਦਿਓ। ਗਿਆਨ ਪੜਨ ਦੇ ਨਾਲ ਤੇ ਬੰਦਾ ਸੁਤੰਤਰ ਆਜ਼ਾਦ ਬਣਦਾ ਹੈ। ਤੁਸੀਂ ਤੇ ਫਿਰ ਗੁਲਾਮ ਬਣੇ ਰਹੇ, ਹੱਥ ਅੱਡਦੇ ਰਹੇ ਰਾਜਿਆਂ ਦੇ ਅੱਗੇ, ਅਮੀਰਾਂ ਦੇ ਅੱਗੇ ਹੱਥ ਅੱਡਦੇ ਰਹੇ ਵੀ ਦਾਨ ਦਿਓ, ਮੈਂ ਤੁਹਾਨੂੰ ਵੇਦ ਸੁਣਾਇਆ, ਮੈਂ ਤੁਹਾਨੂੰ ਗਿਆਨ ਸੁਣਾਇਆ, ਫਿਰ ਤੁਸੀਂ ਮੰਗਤੇ ਦੇ ਮੰਗਤੇ ਹੀ ਰਹਿ ਗਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੈਂ ਤੇ ਹਿਰਦੇ ਤੋਂ ਰੱਬ ਨੂੰ ਸਿਮਰਦਾ ਹਾਂ, ਮੈਂ ਤੇ ਆਪਣੇ ਹਿਰਦੇ ਵਿੱਚ ਰੱਬ ਵਸਾ ਲਿਆ ਹੈ, ਮੈਂ ਬਿਲਕੁਲ ਸੁਤੰਤਰ ਬਣ ਗਿਆ, ਮੈਂ ਆਜ਼ਾਦ ਬਣ ਗਿਆ, ਮੈਂ ਕਿਸੇ ਦੇ ਅੱਗੇ ਹੱਥ ਨਹੀਂ ਟੱਟਦਾ, ਮੈਂ ਕੇਵਲ ਤੇ ਕੇਵਲ ਪਰਮਾਤਮਾ ਨੂੰ ਸਿਮਰਦਾ ਹਾਂ, ਮੈਂ ਕੇਵਲ ਤੇ ਕੇਵਲ ਰੱਬ ਦੀ ਬੰਦਗੀ ਕਰਦਾ। ਇਹੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਆਖੀ ਸੀ। ਜਿਸ ਵੇਲੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਏ, ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਬੁਲਾਇਆ, ਰਬਾਬ ਲਿਆਂਦੀ ਗਈ। ਉਸ ਵੇਲੇ ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਧਿਆਨ ਦੇਣਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਗੱਲ ਕਹੀ ਸੀ ਭਾਈ ਮਰਦਾਨਾ ਜੀ ਨੂੰ, ਅੱਜ ਸਾਡੀ ਵੀ ਬਿਰਤੀ ਬਹੁਤ ਨੀਵੀਂ ਬਣ ਗਈ ਹੈ, ਬੜੀ ਸਮਝਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਰਬਾਬ ਲੈ ਕੇ ਆਇਆ ਹੈ, ਇਸ ਰਬਾਬ ਦੇ ਨਾਲ ਅਸੀਂ ਧੁਰ ਕੀ ਬਾਣੀ ਗਾਉਣੀ ਹੈ, ਇਸ ਰਬਾਬ ਦੇ ਨਾਲ ਜਿਹੜਾ ਰਾਗ ਛੇੜਨਾ ਇਹ ਪਰਮਾਤਮਾ ਦੀ ਉਸਤਤ ਵਾਸਤੇ ਰਾਗ ਆਪਾਂ ਛੇੜਨੇ ਨੇ, ਪਰਮਾਤਮਾ ਦੀ ਧੁਰ ਕੀ ਬਾਣੀ ਇਹਦੇ ਨਾਲ ਆਪਾਂ ਗਾਇਨ ਕਰਨੀ ਹੈ ਸਾਜ਼ ਦੇ ਨਾਲ। ਚੇਤੇ ਰੱਖੀ ਅੱਜ ਤੋਂ ਬਾਅਦ ਇਹ ਰਬਾਬ ਜਿਹੜੀ ਹੈ
ਕਿਸੇ ਰਾਜੇ ਮਹਾਰਾਜੇ ਦੇ ਦਰਬਾਰ 'ਚ ਨਹੀਂ ਵੱਜੇਗੀ, ਕਿਸੇ ਅਮੀਰ ਕਿਸੇ ਵਜ਼ੀਰ ਦੇ ਦਰਬਾਰ ਦੇ ਘਰ ਦੇ ਅੱਗੇ ਇਹ ਮੰਗਣ ਵਾਸਤੇ ਨਹੀਂ ਵੱਜੇਗੀ।